ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਸ਼ਿਵ ਸਕਤ ਆਪ ਉਪਾਇ ਕੈ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ 부ਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ, ਸੋ ਹੋਵੇ ਏਕ ਸਿਉ ਲਿਵ ਲਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ 부ਝਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ 부ਝਾਏ। ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 26 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਜਿਸ ਦੀ ਪਾਵਨ ਵਿਚਾਰ ਦੇ ਨਾਲ ਅੱਜ ਅਸੀਂ ਜੁੜਾਂਗੇ। ਇਸੇ ਲੜੀ ਦੀ ਤਹਿਤ 25 ਨੰਬਰ ਪਾਵਨ ਪੌੜੀ ਦੇ ਜੋ ਵਿਚਾਰ ਸਾਂਝੇ ਕੀਤੇ ਸਨ, ਜਿਸ ਵਿੱਚ ਪਾਤਸ਼ਾਹ ਜੀ ਨੇ ਬੜਾ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਭਾਈ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਬੜਾ ਕੀਮਤੀ ਹੈ, ਬੜਾ ਅਮੋਲਕ ਹੈ। ਜਿਸ ਤਰ੍ਹਾਂ ਰਤਨ ਬੜੇ ਕੀਮਤੀ ਹੁੰਦੇ ਨੇ, ਇਸੇ ਤਰ੍ਹਾਂ ਤੇਰੇ ਜੀਵਨ ਦੇ ਅੰਦਰ ਗੁਰੂ ਦਾ ਸ਼ਬਦ ਵੀ ਬੜਾ ਕੀਮਤੀ ਹੈ, ਬੜਾ ਦੁਰਲੱਭ ਹੈ। ਕਹਿੰਦੇ ਜਿਸ ਗੁਰੂ ਸ਼ਬਦ ਰੂਪੀ ਰਤਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ ਮਾਲਿਕ ਜੀ ਕਹਿੰਦੇ ਹੀਰਾ ਜੜਿਆ ਹੋਇਆ ਹੈ। ਤੇ ਜਿਨ੍ਹਾਂ ਮਨੁੱਖਾਂ ਦਾ ਮਨ ਇਸ ਸ਼ਬਦ ਵਿੱਚ ਜੁੜ ਜਾਂਦਾ ਹੈ, ਉਹਨਾਂ ਦਾ ਜੀਵਨ ਵੀ ਬੜਾ ਕੀਮਤੀ, ਬੜਾ ਦੁਰਲੱਭ, ਬੜਾ ਅਮੋਲਕ ਬਣ ਜਾਂਦਾ ਹੈ। ਪਾਤਸ਼ਾਹ ਜੀ ਅੱਜ ਇਸ ਬਚਨ ਨੂੰ ਅਗਾਂਹ ਤੋਰਦਿਆਂ ਹੋਇਆਂ ਮਾਲਿਕ ਜੀ ਵਿਚਾਰ ਬਖਸ਼ਿਸ਼ ਕਰਦੇ ਹਨ। ਮਾਲਿਕ ਜੀ ਬਚਨ ਕਰਦੇ ਨੇ, ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਜੇਕਰ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਕਰਨਾ ਹੈ, ਖੇੜਾ ਪ੍ਰਾਪਤ ਕਰਨਾ ਹੈ, ਕਿਉਂਕਿ ਅਸੀਂ ਆਨੰਦ ਸਾਹਿਬ ਬਾਣੀ ਦੀ ਵਿਚਾਰ ਕਰ ਰਹੇ ਹਾਂ ਤੇ ਪਾਤਸ਼ਾਹ ਜੀ ਸਾਰੇ ਵਿਚਾਰ ਸਾਂਝੇ ਕਰਕੇ ਅਖੀਰ ਤੇ ਆ ਕੇ ਇਹੀ ਸਾਨੂੰ ਉਪਦੇਸ਼ ਕਰਦੇ ਨੇ ਕਿ ਤੇਰੇ ਜੀਵਨ ਦੇ ਵਿੱਚ ਆਨੰਦ ਇਸ ਤਰ੍ਹਾਂ ਬਣ ਸਕਦਾ ਹੈ ਜੇਕਰ ਤੂੰ ਇਹਨਾਂ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾ ਲਵੇਂ ਤੇ ਇਹਨਾਂ ਔਗਣਾਂ ਨੂੰ ਤਿਆਗ ਦਵੇਂ। ਫਿਰ ਤੇਰਾ ਜੀਵਨ ਆਨੰਦ ਨਾਲ ਭਰ ਸਕਦਾ ਆ, ਖੇੜੇ ਨਾਲ ਭਰ ਸਕਦਾ ਆ,
ਤੇ ਉਹ ਆਨੰਦ ਕਦੇ ਵੀ ਜੀਵਨ ਵਿੱਚੋਂ ਖਤਮ ਨਹੀਂ ਹੋ ਸਕਦਾ। ਪਾਤਸ਼ਾਹ ਜੀ ਬਚਨ ਕਰਦੇ ਨੇ, ਸ਼ਿਵ ਸਕਤ ਆਪ ਉਪਾਏ ਕੈ। ਮਾਲਕ ਜੀ ਕਹਿੰਦੇ ਨੇ ਸ਼ਿਵ ਤੇ ਸ਼ਕਤ। ਸ਼ਿਵ ਦਾ ਅਰਥ ਕੀ ਆ? ਜੀਵ ਆਤਮਾ, ਜਿਹੜੇ ਜੀਵ ਨੇ। ਸ਼ਕਤ ਦਾ ਅਰਥ ਕੀ ਆ? ਮਾਇਆ। ਜੀਵ ਤੇ ਮਾਇਆ ਆਪ ਉਪਾਏ ਕੈ। ਮਾਲਕ ਜੀ ਨੇ ਆਪ ਇਹਨਾਂ ਨੂੰ ਪੈਦਾ ਕੀਤਾ ਹੈ। ਕਹਿੰਦੇ ਇਹ ਜਿਹੜੇ ਜੀਵ ਆ, ਇਹ ਜਿਹੜੇ ਮਾਇਆ ਆ, ਪਰਮੇਸ਼ਰ ਨੇ ਆਪ ਇਹਨਾਂ ਨੂੰ ਪੈਦਾ ਕੀਤਾ ਹੈ, ਆਪੇ ਹੁਕਮ ਵਰਤਾਏ। ਮਾਲਕ ਜੀ ਕਹਿੰਦੇ ਉਹ ਆਪਣਾ ਹੁਕਮ ਇਹਨਾਂ ਤੇ ਵਰਤਾ ਰਿਹਾ ਆ। ਹੁਕਮ ਕੀ ਵਰਤਾ ਰਿਹਾ ਆ? ਕਿ ਮਾਇਆ ਦਾ ਜ਼ੋਰ ਜਿਹੜਾ ਜੀਵਾਂ ਉੱਤੇ ਪਿਆ ਰਵੇ, ਕਿ ਜੀਵ ਜਿਹੜੇ ਮਾਇਆ ਦੇ ਵਿੱਚ ਫਸੇ ਰਹਿਣ। ਜਿਹੜੇ ਅਖਰੀ ਅਰਥ ਤਾਂ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਪਰ ਗੁਰੂ ਪਿਆਰ ਵਾਲੇ ਮਾਲਕ ਜੀ ਕਹਿੰਦੇ ਨੇ ਜੀਵ ਆਤਮਾ, ਇਹ ਜੀਵ ਜਿਹੜੇ ਨਾ, ਇਹ ਮਾਇਆ ਜਿਹੜੀ ਨਾ, ਮਾਲਕ ਨੇ ਆਪ ਪੈਦਾ ਕਰਕੇ ਇਹਨਾਂ ਉੱਤੇ ਆਪਣਾ ਹੁਕਮ ਚਲਾ ਰਿਹਾ ਆ, ਆਪਣਾ ਹੁਕਮ ਵਰਤਾ ਰਿਹਾ ਆ ਕਿ ਜਿਹੜੇ ਜੀਵ ਮਾਇਆ ਦੇ ਵਿੱਚ ਫਸੇ ਰਹਿਣ, ਮਾਇਆ ਦੇ ਵਿੱਚ ਉਲਝੇ ਰਹਿਣ। ਪਰ ਗੁਰੂ ਪਿਆਰ ਵਾਲਿਓ, ਜਿਸ ਤਰ੍ਹਾਂ ਵੇਖੋ, ਇਸ ਵਿਚਾਰ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਪੈਣਾ। ਵੇਖੋ, ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਤਿਗੁਰ ਨੇ ਆਪਣੀ ਬਾਣੀ ਅੰਦਰ ਹੋਰ ਨਾਮਾਂ ਦੇ ਨਾਲ ਵੀ ਯਾਦ ਕੀਤਾ, ਹੋਰ ਵੀ ਦਰਜੇ ਦਿੱਤੇ ਨੇ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਕਹਿੰਦੇ ਨੇ ਸਭਨਾ ਕਾ ਮਾਪਿਓ ਆਪ ਹੈ। ਇੱਕ ਉਦਾਹਰਨ ਦੇ ਤੌਰ ਤੇ ਅਸੀਂ ਸਮਝਣਾ, ਸਭਨਾ ਕਾ ਮਾਪਿਓ ਆਪ ਹੈ, ਕਿ ਸਾਰਿਆਂ ਦਾ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਹੈ। ਪਾਤਸ਼ਾਹ ਜੀ ਬਾਣੀ ਅੰਦਰ ਪੜ੍ਹੀਏ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। हे ਮਾਲਕ ਜੀ, ਤੂੰ ਮੇਰਾ ਪਿਤਾ ਆ, ਤੂੰ ਮੇਰਾ ਪਿਓ ਆ। हे ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਮੇਰੀ ਮਾਂ ਆ, ਤੂੰ ਹੀ ਮੇਰੇ ਮਾਤਾ ਜੀ ਆ। ਅਕਾਲ ਪੁਰਖ ਵਾਹਿਗੁਰੂ ਹੀ ਜਿਹੜਾ ਸਾਡੇ ਮਾਤਾ ਨੇ, ਸਾਡੇ ਪਿਤਾ ਨੇ। ਤੇ ਗੁਰੂ ਪਿਆਰ ਵਾਲਿਓ, ਜਿਹੜੀ ਅਸੀਂ ਵਿਚਾਰ ਅੱਜ ਕਰ ਰਹੇ ਹਾਂ, ਇਹਦੇ ਵਿੱਚ ਮਾਲਕ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਆਪ ਇਹਨਾਂ ਨੂੰ ਪੈਦਾ ਕਰਕੇ ਇਹਨਾਂ ਉੱਤੇ ਆਪਣਾ ਹੁਕਮ ਵਰਤਾਇਆ ਹੋਇਆ ਤੇ ਜੀਵਾਂ ਨੂੰ ਮਾਇਆ ਦੇ ਵਿੱਚ ਪਾਇਆ ਹੋਇਆ, ਮਾਇਆ ਦੇ ਵਿੱਚ ਉਲਝਾਇਆ ਹੋਇਆ। ਜਿਵੇਂ ਅਸੀਂ ਕਈ ਵਾਰੀ ਕਹਿ ਦਿੰਦੇ ਕਿ ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਆ। ਜੀਵ ਚੰਗੇ ਪਾਸੇ ਵੀ ਉਹਦੇ ਹੁਕਮ 'ਚ ਲੱਗਦੇ ਆ ਤੇ ਮਾੜੇ ਪਾਸੇ ਵੀ ਉਹਦੇ ਹੁਕਮ 'ਚ ਲੱਗਦੇ ਨੇ। ਉਹਦਾ ਹੁਕਮ ਤਾਂ ਸਾਰਿਆਂ ਉੱਤੇ ਵਰਤ ਰਿਹਾ ਆ, ਪਰ ਜੀਵਾਂ ਦਾ ਚੰਗੇ ਪਾਸੇ ਜਾਣਾ ਜਾਂ ਮਾੜੇ ਪਾਸੇ ਜਾਣਾ ਇਹ ਕਿਤੇ ਡਿਪੈਂਡ ਕਰਦਾ, ਇਹ ਮਾਲਕ ਲਾਉਂਦਾ ਕਿ ਮਨੁੱਖ ਆਪ ਲੱਗਦੇ ਨੇ। ਇਸ ਵਿਚਾਰ ਨੂੰ ਅਸੀਂ ਸਮਝਣਾ ਆ। ਤੇ ਗੁਰੂ ਪਿਆਰ ਵਾਲਿਓ, ਹੁਣ ਪਾਤਸ਼ਾਹ ਜੀ ਕਹਿੰਦੇ ਨੇ हे ਅਕਾਲ ਪੁਰਖ ਵਾਹਿਗੁਰੂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਦੁਨਿਆਵੀ ਤੌਰ ਤੇ ਅਸੀਂ ਵੇਖੀਏ, ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਗਲਤ ਪਾਸੇ ਜਾਣ, ਸਾਡੇ ਬੱਚੇ ਗਲਤ ਸੰਗਤ ਕਰਨ। ਤੇ ਕੋਈ ਵੀ ਮਾਂ-ਬਾਪ ਇਹ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਗਲਤ ਪਾਸੇ ਤੋਰ ਦੇਵੇ, ਆਪਣੇ ਹੱਥੀਂ ਉਹ ਬੱਚਿਆਂ ਨੂੰ ਗਲਤ ਰਾਹ ਉੱਤੇ ਤੋਰੇ, ਗਲਤ ਸੰਗਤ ਵਿੱਚ ਭੇਜੇ। ਜੇਕਰ ਸੰਸਾਰ ਦੇ ਵਿੱਚ ਰਹਿ ਰਹੇ ਆਮ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਗਲਤ ਰਸਤੇ ਤੇ ਨਹੀਂ ਪਾਉਂਦੇ, ਗਲਤ ਜਗ੍ਹਾ ਤੇ ਨਹੀਂ ਤੋਰਦੇ, ਤੇ ਗੁਰੂ ਪਿਆਰ ਵਾਲਿਓ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਿਵੇਂ ਮਾਇਆ ਦੇ ਵਿੱਚ ਫਸਾ ਸਕਦਾ, ਸਾਨੂੰ ਕਿਵੇਂ ਉਲਝਣਾ ਵਿੱਚ ਫਸਾ ਸਕਦਾ, ਸਾਨੂੰ ਸਾਡੇ ਜੀਵਨ ਨੂੰ ਕਿਵੇਂ ਗਲਤ ਪਾਸੇ ਤੋਰ ਸਕਦਾ ਆ। ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਕ, ਕਿ ਅਸੀਂ ਵੀ ਉਸ ਪਰਮਾਤਮਾ ਦੇ ਬੱਚੇ ਹਾਂ, ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਜੀਵਾਂ ਨੂੰ ਫਿਰ ਗਲਤ ਪਾਸੇ, ਮਾੜੇ ਪਾਸੇ ਕਿਵੇਂ ਤੋਰ ਸਕਦਾ? ਉਹ ਜੀਵਾਂ ਨੂੰ ਤਾਂ ਸਾਨੂੰ ਚੰਗੇ ਪਾਸੇ ਲਾਵੇਗਾ ਨਾ, ਕਿਉਂਕਿ ਅਸੀਂ ਉਹਦੇ ਬੱਚੇ ਹਾਂ, ਉਹ ਸਾਡਾ ਮਾਂ-ਬਾਪ ਆ। ਪਰ ਪਾਤਸ਼ਾਹ ਜੀ ਕਹਿੰਦੇ ਨੇ ਸਿਵ ਸ਼ਕਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਗੁਰੂ ਪਿਆਰ ਵਾਲਿਓ, ਸੰਸਾਰ ਵਿੱਚ ਜੀਵ ਵੀ ਉਹਨੇ ਪੈਦਾ ਕੀਤੇ ਆ ਤੇ ਇਹ ਮਾਇਆ ਵੀ ਉਹਨੇ ਪੈਦਾ ਕੀਤੀ ਆ। ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਅਸੀਂ, ਜਪਜੀ ਸਾਹਿਬ ਦੀ ਵਿਚਾਰ ਵੀ ਕਰਕੇ ਆਏ ਹਾਂ। ਹੁਕਮੀ ਹੋਵਨ ਆਕਾਰ, ਕਹਿੰਦੇ ਉਹਦੇ ਹੁਕਮ ਵਿੱਚ ਸਾਰੇ ਆਕਾਰ, ਆ ਜਿੰਨੇ ਵੀ ਸਰੀਰ ਜੀਵ,
ਉਹਦੇ ਹੁਕਮ ਵਿੱਚ ਪੈਦਾ ਹੋਏ ਨੇ। ਹੁਕਮ ਨਾ ਕਹਿਆ ਜਾਈ, ਕਹਿੰਦੇ ਉਹਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਾਤਸ਼ਾਹ ਦੀ ਬਾਣੀ ਇਹ ਵੀ ਬਚਨ ਕਰਦੀ, ਹੁਕਮੀ ਉੱਤਮ ਨੀਚ, ਉਹਦੇ ਹੁਕਮ ਵਿੱਚ ਕੋਈ ਉੱਚਾ ਆ, ਕੋਈ ਉਹਦੇ ਹੁਕਮ ਵਿੱਚ ਨੀਵਾਂ ਆ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਉਹਦੇ ਹੁਕਮ ਦੇ ਵਿੱਚ ਮਨੁੱਖ ਕੋਈ ਦੁੱਖ ਭੋਗ ਰਿਹਾ ਆ, ਕੋਈ ਸੁੱਖ ਭੋਗ ਰਿਹਾ ਆ। ਮਾਲਿਕ ਜੀ ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ, ਕਈਆਂ ਤੇ ਉਹਦੇ ਹੁਕਮ ਵਿੱਚ ਬਖਸ਼ਿਸ਼ ਹੈ, ਰਹਿਮਤ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਜਿਹੜੇ ਸਾਰੀ ਉਮਰ ਭਟਕਦੇ ਰਹਿੰਦੇ ਆ, ਜਨਮ ਮਰਨ ਦੇ ਚੱਕਰਾਂ ਵਿੱਚ ਪਏ ਰਹਿੰਦੇ ਆ। ਕਾਰਨ ਕੀ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ। ਪਰ ਗੁਰੂ ਪਿਆਰ ਵਾਲਿਓ, ਪਾਤਸ਼ਾਹ ਦੀ ਬਾਣੀ ਦਾ ਬਚਨ ਅਖੀਰ ਵਿੱਚ ਆਉਂਦਾ, ਕਹਿੰਦੇ ਨਾ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੇ ਉਹਦੇ ਹੁਕਮ ਵਿੱਚ ਆ, ਬਾਹਰ ਕੋਈ ਨਹੀਂ ਹੈਗਾ। ਪਰ ਮਾਲਿਕ ਜੀ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ। ਅਸਲ ਵਿਚਾਰ ਇਹ ਆ ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਆ ਕਿ ਜੀਵ ਤੇ ਮਾਇਆ ਤੇ ਮਾਲਿਕ ਨੇ ਪੈਦਾ ਕੀਤੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਜੇਕਰ ਜੀਵ ਅੱਜ ਮਾਇਆ ਦੇ ਵਿੱਚ ਉਲਝੇ ਹੋਏ ਪਏ ਆ, ਮਾੜੇ ਪਾਸੇ ਜਾ ਰਹੇ ਆ, ਇਹਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਦੋਸ਼ ਨਹੀਂ ਹੈ। ਭਾਵ ਕਿ ਗੱਲ ਕੀ ਆ, ਨਾਨਕ ਹੁਕਮੈ ਜੇ ਬੁੱਝੈ, ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ ਉਹਨਾਂ ਦਾ ਜੀਵਨ ਮਾਇਆ ਮੋਹ ਤੋਂ ਬਚ ਗਿਆ, ਤੇ ਜਿਨ੍ਹਾਂ ਨੇ ਨਹੀਂ ਬੁੱਝਿਆ ਉਸ ਮਾਇਆ ਮੋਹ ਦੇ ਵਿੱਚ ਫਸ ਗਏ, ਉਹਨਾਂ ਦਾ ਜੀਵਨ ਦੁੱਖਾਂ ਵਿੱਚ ਚਲਾ ਗਿਆ। ਪਾਤਸ਼ਾਹ ਜੀ ਦੀ ਬਾਣੀ ਅੰਦਰ ਹੋਰ ਬਚਨ ਆਉਂਦੇ ਨੇ। ਮਾਲਿਕ ਜੀ ਕਹਿੰਦੇ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ। ਬਿਖ ਦਾ ਅਰਥ ਕੀ ਹੈ? ਜ਼ਹਿਰ, ਅੰਮ੍ਰਿਤ। ਜ਼ਹਿਰ ਤੇ ਅੰਮ੍ਰਿਤ ਇਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਪੈਦਾ ਕੀਤੇ ਆ। ਮਾਲਿਕ ਜੀ ਕਹਿੰਦੇ ਸੰਸਾਰ ਬਿਰਖ ਕੋ ਦੋਏ ਫਲ ਲਾਏ। ਕਹਿੰਦੇ ਇਹ ਜਿਹੜਾ ਜਗਤ ਰੂਪੀ ਰੁੱਖ ਨਾ, ਇਹ ਸੰਸਾਰ ਰੂਪੀ ਜਿਹੜਾ ਦਰਖਤ ਆ, ਇਹਨੂੰ ਦੋਨੇ ਫਲ ਲਾਏ ਹੋਏ ਆ। ਜ਼ਹਿਰ ਦਾ ਵੀ ਫਲ ਲੱਗਾ ਹੋਇਆ ਤੇ ਅੰਮ੍ਰਿਤ ਦਾ ਵੀ ਲੱਗਾ ਹੋਇਆ ਆ। ਹੁਣ ਵੇਖੋ ਤੁਹਾਡੇ ਸਾਹਮਣੇ ਇੱਕ ਟੇਬਲ ਉੱਤੇ ਇੱਕ ਗਲਾਸ ਵਿੱਚ ਜ਼ਹਿਰ ਆ ਤੇ ਇੱਕ ਟੇਬਲ ਉੱਤੇ ਜਿਹੜਾ ਅੰਮ੍ਰਿਤ ਆ। ਹੁਣ ਟੇਬਲ ਦੇ ਉੱਤੇ ਦੋ ਗਲਾਸ ਪਏ ਆ, ਇੱਕ 'ਚ ਜ਼ਹਿਰ ਤੇ ਇੱਕ ਅੰਮ੍ਰਿਤ ਆ। ਹੁਣ ਇਹ ਸਾਡੇ 'ਤੇ ਡਿਪੈਂਡ ਕਰਦਾ ਨਾ, ਅਸੀਂ ਕਿਸ ਨੂੰ ਚੁਣਨਾ ਆ, ਇਹ ਸਾਡੀ ਸੋਚ 'ਤੇ ਡਿਪੈਂਡ ਕਰਦਾ। ਗੁਰੂ ਪਿਆਰ ਵਾਲਿਓ, ਜੇਕਰ ਜ਼ਹਿਰ ਨੂੰ ਪੀਵਾਂਗੇ, ਜ਼ਹਿਰ ਵਾਲੇ ਗਲਾਸ ਨੂੰ ਚੱਕਾਂਗੇ, ਸਾਡਾ ਜੀਵਨ ਸਮਾਪਤ ਆ। ਜੇ ਅੰਮ੍ਰਿਤ ਨੂੰ ਚੱਕਾਂਗੇ, ਸਾਡਾ ਜੀਵਨ ਜਿਹੜਾ ਅਮਰ ਹੋ ਜਾਵੇਗਾ, ਸਾਡਾ ਜੀਵਨ ਉਜਲਾ ਹੋ ਜਾਵੇਗਾ, ਸੋਹਣਾ ਬਣ ਜਾਵੇਗਾ। ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਕਿਹੜਾ ਰਸਤਾ ਚੁਣਨਾ, ਚੰਗਾ ਚੁਣਨਾ ਕਿ ਮਾੜਾ ਚੁਣਨਾ ਆ। ਜੇ ਚੰਗੀ ਚੁਣਾਂਗੇ ਤੇ ਸਾਡਾ ਜੀਵਨ ਸੋਹਣਾ, ਸਾਡੇ ਜੀਵਨ ਅੰਦਰ ਖੇੜਾ, ਆਨੰਦ। ਜੇ ਗਲਤ ਰਾਹ ਚੁਣਾਂਗੇ ਤੇ ਸਾਡੇ ਜੀਵਨ ਦੀ ਬਰਬਾਦੀ ਆ। ਭਾਵ ਕਿ ਉਹ ਅਕਾਲ ਪੁਰਖ ਦਾ ਹੁਕਮ ਸਾਰਿਆਂ ਉੱਤੇ ਵਰਤ ਰਿਹਾ ਆ। ਜਿਹੜਾ ਬੁੱਝ ਲਿਆ ਉਹਦਾ ਜੀਵਨ ਹੀ ਪਾਰ ਲੱਗੇਗਾ, ਉਹਦਾ ਜੀਵਨ ਹੀ ਸੋਹਣਾ ਬਣ ਸਕਦਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਸਿਵ ਸ਼ਕਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਉਹ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਤੇ ਮਾਇਆ ਪੈਦਾ ਕਰਕੇ ਆਪਣਾ ਹੁਕਮ ਵਰਤਾ ਦਿੱਤਾ, ਆਪਣਾ ਨਿਯਮ ਲਾਗੂ ਕਰ ਦਿੱਤਾ। ਤੇ ਗੁਰੂ ਪਿਆਰ ਵਾਲਿਓ, ਮਨੁੱਖ ਦਾ ਸੁਭਾਅ ਕੀ ਹੈ ਕਿ ਜਿੱਥੇ ਕਿ ਇਹਦਾ ਸਵਾਰਥ ਪੂਰਾ ਹੁੰਦਾ ਉੱਥੇ ਹੁਕਮ ਬਹੁਤ ਛੇਤੀ ਮੰਨਦਾ ਆ। ਜਿੱਥੇ ਤੱਕ ਇਹਦੀ ਮਰਜ਼ੀ ਚੱਲਦੀ ਨਾ, ਜਿੱਥੇ ਤੱਕ ਇਹਦੀ ਪਹੁੰਚ ਆ, ਉੱਥੇ ਤੱਕ ਦਾ ਹੁਕਮ ਮੰਨ ਰਿਹਾ ਆ। ਜਿੱਥੇ ਇਹਦੀ ਮਰਜ਼ੀ ਨਹੀਂ ਚੱਲਦੀ, ਜਿੱਥੇ ਇਹਦਾ ਸਵਾਰਥ ਨਹੀਂ ਹੈ, ਇਹਦਾ ਮਤਲਬ ਨਹੀਂ ਹੈ, ਉੱਥੇ ਇੱਕ ਹੁਕਮ ਮੰਨਣ ਲਈ ਇਹ ਤਿਆਰ ਨਹੀਂ ਹੁੰਦਾ। ਇਤਿਹਾਸ ਦੇ ਵਿੱਚ ਘਟਨਾ ਆਉਂਦੀ ਆ ਕਿ ਇੱਕ ਸਿੱਖ ਜਿਹੜਾ ਨਾ ਕੰਧ ਤੇ ਗਾਰਾ ਲਿਪ ਰਿਹਾ ਸੀਗਾ, ਉਹਦਾ ਨਾਮ ਸੀਗਾ ਸਿੰਘ ਦਾ ਲੇਪਣੀ ਸਿੰਘ। ਹੁਣ ਜਦੋਂ ਉਹ ਕੰਧ ਤੇ ਸਿੱਖ ਜਿਹੜਾ ਗਾਰਾ ਲਿਪ ਰਿਹਾ ਸੀਗਾ ਨਾ, ਅਚਾਨਕ ਕਲਗੀਧਰ ਪਾਤਸ਼ਾਹ ਜੀ ਉੱਧਰੋਂ ਆਏ। ਉਹਨਾਂ ਨੇ ਨਜ਼ਰ ਮਾਰੀ, ਧਿਆਨ ਮਾਰਿਆ। ਉਸ ਸਿੱਖ ਨੇ ਕੰਧ ਦੇ ਉੱਤੇ ਗਾਰਾ ਇੰਨੇ ਹੀ ਜ਼ੋਰ ਦੇ ਨਾਲ ਮਾਰਿਆ ਕਿ ਉਸ ਗਾਰੇ ਦੇ ਛਿੱਟੇ ਦੂਰ ਦੂਰ ਤੱਕ ਗਏ। ਤੇ ਕੁਝ ਕੁ ਛਿੱਟੇ ਜਿਹੜੇ ਨਾ ਗੁਰੂ ਸਾਹਿਬ ਦੇ ਵਸਤਰਾਂ ਤੇ ਪੈ ਗਏ।
लागे सिख खलोते हुए सी। सिखां नूं बड़ा गुस्सा आया ते महाराज जी ने गुरु साहब ने सिੱਖਿਆਂ दी उन्हां सिखां दी इस मानसिक हालत नूं देखदे होए उन्हां नूं एक सिੱਖਿਆ देनी चाहिए। पातशाह ने हुक्म किया कि भाई इस सिख नूं एक थप्पड़ मारो। हुण सारियां सिखां ने एक एक थप्पड़ मार दिता। पातशाह जी ने कहा भलिया मैं तुहानूं एक थप्पड़ मारन वास्ते कहा सी। ते सिख कहण लगे गुरु साहब पातशाह जी असी सारे तुहाडे सिख हाँ, असी सारियां ने सुनिया आ, सारियां ने मन्निया आ। ते गुरु प्यार वालिओ उत्थे पातशाह जी कहंदे भलिओ नौजवान है, बड़ा सुंदर है, बड़ा खूबसूरत है, कोई जाना अपनी बच्ची का रिश्ता इस नूं देवो। ते सारियां सिखां ने धौणा नीमियां पा लईआं। ते गुरु प्यार वालिओ किसी एक सिख ने गुरु का बचन मन्निया ते अपनी बच्ची का रिश्ता उस सिख नूं दे दिता ते सारी उम्र वो गुरु घर दे नाल जुड़ी रही। हुण देखो हुक्म सारियां ने सुनिया पर उत्थे उन्हां दा अपना मतलब अपना गुस्सा कढ़ना सी, अपनी भड़ास कढ़नी सी। कहंदे सारियां ने सुनिया, सारे सिखां सारियां ने मान लिया। पर जो गुरु साहब ने दूजा हुक्म किया कि भाई अपनी बच्ची का रिश्ता इस सिख नूं दवे, उस वेले कोई भी मनण लई तैयार नहीं होया। सिर्फ एक ने मन्निया। जिथे मनुख का मतलब है, स्वार्थ है, जिथे मनुख ने अपनी कोई खुंदक कढ़नी होवे, कोई रंजिश कढ़नी होवे, उत्थे तां हुक्म मनण लई तैयार आ। पर जिथे मनुख नूं फायदा ना हुंदा होवे उत्थे कदे भी हुक्म मनण लई तैयार नहीं। एक महात्मा एक वारी इहदे नाल ही ये घटना जिहड़ी सांझी आ। एक महात्मा जिहड़ा ना वो जंगल दे विच रहिंदा सी, उहदा एक चेला सी। वो अपने चेले नूं कहंदा आ कि बेटा बालन मुक गया आ, लकड़ां मुक गईयां आ, जा जंगल विचों जाके लकड़ां लैके आ। हुण वो चेला कहंदा महात्मा जी, महापुरख जी, कहंदे मैं तुहाडे तो दूर नहीं हो सकदा। कहंदे इड्डी दूरी मैं तुहाडे तो बिना किवें रह सकदा, तुहाडे दर्शनां तो बिना तो मैं मर जाना आ, मैं तुहाडे तो दूर नहीं हो जाना। ते महापुरख जिहड़े सीगे वो महात्मा चुप हो गए। कुछ क समय बाद बरसात होण लग पई ते वो महात्मा कहण लगे कि भलिया हुण जिहड़ी बरसात होण लगी ते जिहड़ी कुल्ली सीगी ओदी छत चोण लग पई। ते गुरु प्यार वालिओ महात्मा कहण लगा कि बेटा तू उपर चढ़, मैं तेनू मिट्टी पढ़ाउणा आ, तू मिट्टी जिहड़ी उपर पा दे। हुण जिहड़ा वो चेला कहण लगा महात्मा जी इन्नी बेअदबी, मैं उपर होवां तुसीं थल्ले हो, ये किवें हो सकदा आ, मैं ये बेअदबी नहीं कर सकदा। महापुरख फे चुप हो गए। हुण जिन्ना क उहदा मतलब वाला हुक्म नहीं सीगा उन्हें नहीं मन्निया, स्वार्थ उहदा जिथे पूरा नहीं होया सी उन्हें हुक्म नूं नहीं मन्निया, उहदी पहुँच नहीं सी, मर्जी नहीं सी चल सकदी उत्थे। हुण कुछ क समय बाद बरसात ठल गई, बंद होई। कुछ क समय बाद एक माता जिहड़ी ना खीर पूड़े लैके आई ते महात्मा जी कहंदे पुत्रा आ लै खीर पूड़े खा ला। ते आखण लगा चेला कहंदे महात्मा जी आ तीजा हुक्म मैं तुहाडा मोड़ नहीं सकदा, आ तीजा हुक्म मैं तुहाडा जरूर मन्नागा, भावें मेरा सिर भी चला जावे, मैं तुहाडा आग्याकारी सेवक हाँ, मैं ये तीजा हुक्म नहीं मोड़ सकदा। हुण उत्थे की सी खाण दा मतलब सी, उसे खाण नूं लालच सी। हुण उत्थे उहदा अपना मतलब सी, अपनी मर्जी सी, वो अपनी मर्जी मुताबक वो खा सकदा सी ते जिस करके उन्हें महात्मा दा हुक्म नहीं मोड़िया। गुरु प्यार वालिओ इहो जी हालत साडी बनी हुई आ, जिथे साडा स्वार्थ, जिथे साडा फायदा हुंदा होवे, जिस हुक्म नूं मन्नण दे नाल गुरु प्यार वालिओ उस हुक्म नूं मनदे आ, प्रवान करदे आ। जदों साडे घर च सुख होवे फिर असी हुक्म मन लैने आ, जो दुख आ जावे, जो साडे घर च विपता आ जावे असी कहने भाई रब ने साडे नाल बड़ा माड़ा कीता। घर च खुशी आ जावे, सुख आ जावे, बड़े खुश हाँ, फायदा होवे बड़ा खुश हाँ, फिर असी कहने रब दा भाणा जी, जो रब करदा सही करदा। पर जदों दुख आ जावे, विपता आ जावे, फिर कहने रब ने साडे नाल बड़ा माड़ा कीता। उस वेले ये नहीं कहना कि भाई जो किया रब ने सही किया, ये रब दा भाणा आ, रब दा हुक्म आ, मैं इहनूं मिठा करके मन रहा। पर उस वेले वो मिठा करके असीं मनते नहीं, सानू मिठा
ਭਾਵ ਕਿ ਕੌੜੀ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ। ਅਸੀਂ ਮਿੱਠੀ ਚੀਜ਼ ਹੀ ਮਾਲਕ ਕੋਲੋਂ ਆ ਕੇ ਮੰਗਦੇ ਹਾਂ। ਪਾਤਸ਼ਾਹ ਜੀ ਦਾ ਬਚਨ ਆ, ਕੌੜਾ ਕੋਏ ਨਾ ਮੰਗੇ। ਕਹਿੰਦੇ ਕੋਈ ਵੀ ਜੀਵ ਕੌੜੀ ਚੀਜ਼, ਕੌੜੀ ਕੀ ਦੁੱਖ ਵਾਲੀ ਚੀਜ਼ ਕੋਈ ਨਹੀਂ ਮੰਗਦਾ ਸਤਿਗੁਰੂ ਕੋਲੋਂ ਆ ਕੇ, ਪਰਮਾਤਮਾ ਕੋਲੋਂ ਆ ਕੇ। ਮਿੱਠਾ ਸਭ ਮੰਗੇ, ਹਰੇਕ ਮਿੱਠੀ ਮੰਗਦਾ, ਸੁਖਦਾਈ ਚੀਜ਼ ਮੰਗਦਾ ਆ, ਸੁੱਖਾਂ ਵਾਲੀ ਮੰਗਦਾ ਕਿ ਭਾਈ ਸੁਖੀ ਹੋਣ ਮੇਰੇ ਜੀਵਨ, ਦੁੱਖ ਨਾ ਹੋਣ। ਮਾਲਕ ਜੀ ਕਹਿੰਦੇ ਸਭ ਕੋਈ ਮਿੱਠਾ ਮੰਗ ਦੇਖੇ। ਕਹਿੰਦੇ ਸਾਰੇ ਮਿੱਠਾ ਮੰਗ ਮੰਗ ਕੇ ਸਾਰਿਆਂ ਨੇ ਵੇਖ ਲਿਆ ਸੁੱਖਾਂ ਵਾਲੀ। ਸਾਡੇ ਘਰ 'ਚ ਸੁੱਖ ਆ ਜਾਣ, ਸਾਡੇ ਘਰ ਸੁਖੀ ਹੋ ਜਾਣ, ਬਿਪਤਾਵਾਂ ਖਤਮ ਹੋ ਜਾਣ। ਮਾਲਕ ਜੀ ਕਹਿੰਦੇ ਹਰੇਕ ਜੀਵ ਮਿੱਠੀ ਸੁਖਦਾਈ ਚੀਜ਼ ਮੰਗ ਕੇ ਵੇਖ ਲਿਆ। ਖਸਮੇ ਭਾਵੇ ਸੋ ਕਰੇ। ਪਰ ਮਾਲਕ ਜੀ ਕਹਿੰਦੇ ਖਸਮ ਪ੍ਰਭੂ ਨੂੰ ਜੋ ਭਾਉਂਦਾ ਨਾ ਉਹੀ ਕੁਝ ਹੁੰਦਾ ਆ, ਤੇਰੇ ਮੁਤਾਬਕ ਨਹੀਂ ਹੁੰਦਾ ਕਿ ਜੇ ਤੂੰ ਆਖੇ ਮੈਨੂੰ ਸੁੱਖ ਮਿਲ ਜਾਵੇ ਤੈਨੂੰ ਸੁੱਖ ਮਿਲ ਜਾਵੇਗਾ, ਤੇਰੇ ਜੀਵਨ 'ਚ ਦੁੱਖ ਹੀ ਨਾ ਆਵੇ। ਮੰਨ ਲਓ ਜੇ ਸਾਡੇ ਹੱਥ ਬਸ ਸਭ ਕੁਝ ਹੋਵੇ, ਅਸੀਂ ਤਾਂ ਸੁੱਖ ਦਾ ਖਹਿੜਾ ਨਾ ਛੱਡੀਏ, ਸੁੱਖ ਨੂੰ ਤਾਂ ਘੁੱਟ ਕੇ ਜੱਫੀ ਪਾ ਲਈਏ ਕਿ ਭਾਈ ਇਹ ਸੁੱਖ ਤਾਂ ਸਾਡੇ ਘਰਾਂ ਵਿੱਚ ਆ ਗਏ, ਹੁਣ ਕਿਤੇ ਜਾਣ ਨਹੀਂ ਦੇਣੇ। ਅਸੀਂ ਤਾਂ ਸੁੱਖ ਫੇ ਕਿਸੇ ਨੂੰ ਦੇਣੇ ਵੀ ਨਹੀਂ, ਫਿਰ ਤਾਂ ਸਾਡੇ ਘਰਾਂ 'ਚ ਦੁੱਖ ਨਹੀਂ ਆਣਗੇ। ਦੁੱਖ ਤਾਂ ਅਸੀਂ ਦੂਜਿਆਂ ਨੂੰ ਦੇਵਾਂਗੇ, ਭਾਈ ਤੁਸੀਂ ਦੁੱਖ ਲਵੋ। ਇਹ ਸਾਡੇ ਹੱਥ ਬਸ ਕੁਛ ਨਹੀਂ ਹੈ। ਨਹੀਂ ਤਾਂ ਗੁਰੂ ਪਿਆਰ ਵਾਲੇ ਸਾਡੇ ਹੱਥ ਬਸ ਹੋਵੇ ਤਾਂ ਅਸੀਂ ਤਾਂ ਕਿਸੇ ਨੂੰ ਜੀਣ ਨਾ ਦਈਏ, ਦੁੱਖ ਤਾਂ ਦੂਜਿਆਂ ਦੇ ਪੱਲੇ ਰੱਖੀਏ, ਆਪਣੇ ਘਰ ਤਾਂ ਸੁੱਖ ਹੀ ਰੱਖੀਏ। ਤੇ ਇਸ ਕਰਕੇ ਮਾਲਕ ਜੀ ਕਹਿੰਦੇ ਨੇ ਖਸਮੇ ਭਾਵੇ ਸੋ ਕਰੇ। ਜੋ ਖਸਮ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਆ, ਕਹਿੰਦੇ ਉਹੀ ਕੁਝ ਉਹ ਕਰਦਾ ਆ, ਜੋ ਕੁਝ ਉਹਨੂੰ ਚੰਗਾ ਲੱਗਦਾ ਆ। ਉਹ ਸਾਡੇ ਜੀਵਨ 'ਚ ਸੁੱਖ ਵੀ ਦਿੰਦਾ ਆ ਤੇ ਉਹਦੇ ਭਾਣੇ ਵਿੱਚ, ਉਹਦੇ ਹੁਕਮ ਵਿੱਚ ਸਾਡੇ ਜੀਵਨ 'ਚ ਦੁੱਖ ਵੀ ਆਉਂਦੇ, ਪਰ ਸਾਨੂੰ ਉਹਦੇ ਭਾਣੇ ਨੂੰ ਮੰਨਣਾ ਪੈਣਾ, ਕਿਉਂਕਿ ਉਹਦਾ ਹੁਕਮ ਸਾਰੇ ਪਾਸੇ ਵਰਤ ਰਿਹਾ। ਉਹਦੇ ਹੁਕਮ ਨੂੰ ਕੋਈ ਵੀ ਮੋੜ ਨਹੀਂ ਸਕਦਾ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੇਵ ਸ਼ਕਤ ਆਪ ਪਾਏ ਕੇ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ। ਮਾਲਕ ਜਿਹੜਾ ਇਹ ਹੁਕਮ ਵਰਤਾਉਂਦਾ ਆ, ਆਪ ਹੀ ਇਹ ਖੇਡ ਵੇਖਦਾ ਆ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਆ, ਕਿਸ ਤਰ੍ਹਾਂ ਜੀਵ ਮਾਇਆ ਮੋਹ ਦੇ ਵਿੱਚ ਫਸੇ ਹੋਏ ਆ। ਗੁਰਮੁਖ ਕਿਸੇ ਬੁਝਾਏ। ਕਹਿੰਦੇ ਕਿਸੇ ਬਿਰਲੇ ਨੂੰ ਹੀ ਗੁਰੂ ਦੇ ਦੁਆਰਾ ਇਹ ਸਮਝ ਲੱਗਦੀ ਆ ਕਿ ਇਹ ਜਿਹੜੀ ਖੇਡ ਦੀ ਸਮਝ ਦਿੰਦਾ ਮਾਲਕ ਵਾਹਿਗੁਰੂ, ਕਿਸੇ ਬਿਰਲੇ ਨੂੰ ਹੀ ਸਮਝ ਲੱਗਦੀ ਹੈ ਕਿ ਮੇਰਾ ਜੀਵਨ ਜਿਹੜਾ ਇਸ ਮਾਇਆ ਮੋਹ ਤੋਂ ਕਿਵੇਂ ਬਚ ਸਕਦਾ ਆ। ਤੋ ਬਿਰਲਾ ਕਿਹੜਾ ਆ? ਜਿਹੜਾ ਗੁਰੂ ਦੇ ਦੱਸੇ ਹੋਏ ਹੁਕਮ ਅਨੁਸਾਰ ਚੱਲਦਾ ਆ, ਜਿਹੜਾ ਉਹਦੇ ਹੁਕਮ ਵਿੱਚ ਰਹਿੰਦਾ ਆ, ਉਹੀ ਜਿਹੜਾ ਇਸ ਵਿਚਾਰ ਨੂੰ ਸਮਝ ਸਕਦਾ ਆ। ਗੁਰੂ ਪਿਆਰ ਵਾਲੇ ਉਦਾਹਰਨ ਦੇ ਤੌਰ ਤੇ ਸਮਝੀਏ, ਦੋ ਬੱਚੇ ਆ, ਦੋ ਬੱਚੇ ਆਪਣੇ ਬਾਪ ਦੇ ਨਾਲ ਮੇਲਾ ਵੇਖਣ ਵਾਸਤੇ ਜਾ ਰਹੇ ਨੇ। ਗੁਰੂ ਪਿਆਰ ਵਾਲਿਓ, ਇੱਕ ਬੱਚੇ ਨੂੰ ਜਿਹੜਾ ਬਾਪ ਨੇ ਆਪਣੇ ਕੁੱਛੜ ਚੱਕਿਆ ਹੋਇਆ ਆ, ਤੇ ਗੁਰੂ ਪਿਆਰ ਵਾਲਿਓ ਦੂਸਰਾ ਬੱਚਾ ਜਿਹੜਾ ਬਾਪ ਦੀ ਉਂਗਲ ਫੜ ਕੇ ਚੱਲ ਰਿਹਾ ਆ। ਹੁਣ ਜਿਹੜਾ ਕੁੱਛੜ ਵਿੱਚ ਚੱਕਿਆ ਹੋਇਆ ਬੜੇ ਆਰਾਮ ਦੇ ਨਾਲ ਉਹ ਮੇਲਾ ਵੇਖ ਰਿਹਾ ਆ, ਬੜਾ ਖੁਸ਼ ਆ, ਬੜਾ ਬਾਪ ਜਿਹੜਾ ਉਹਨੂੰ ਪਿਆਰ ਵੀ ਕਰ ਰਿਹਾ। ਦੂਸਰਾ ਬੱਚਾ ਜਿਹੜਾ ਉਂਗਲ ਫੜ ਕੇ ਚੱਲ ਰਿਹਾ ਆ, ਵੱਡਾ ਆ, ਤੇ ਗੁਰੂ ਪਿਆਰ ਵਾਲਿਓ ਮੇਲੇ ਦੇ ਵਿੱਚ ਭੀੜ ਭੜੱਕਾ ਹੁੰਦਾ ਆ, ਬੜਾ ਰਸ਼ ਹੁੰਦਾ ਆ। ਹੁਣ ਜਿਹੜਾ ਉਹ ਛੋਟਾ ਜਿਹੜਾ ਜਿਹਨੇ ਉਂਗਲ ਫੜੀ ਹੋਈ ਨਾ, ਉਹ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਿਆ, ਭਾਈ ਮੈਂ ਤਾਂ ਸਿਆਣਾ, ਮੈਂ ਤਾਂ ਬਾਪ ਦੀ ਉਂਗਲ ਛੱਡ ਕੇ ਵੀ ਚੱਲ ਸਕਦਾ ਆ, ਤੁਰ ਸਕਦਾ ਆ, ਮੈਨੂੰ ਤਾਂ ਉਂਗਲ ਫੜਨ ਦੀ ਲੋੜ ਹੀ ਨਹੀਂ। ਉਹ ਆਪਣੇ ਆਪ ਨੂੰ ਸਿਆਣਾ ਚਲਾਕ ਸਮਝਣ ਲੱਗ ਪਿਆ, ਜਿਸ ਕਰਕੇ ਉਹਨੇ ਆਪਣੇ ਬਾਪ ਦੀ ਉਂਗਲ ਨੂੰ ਛੱਡ ਦਿੱਤਾ। ਤੇ ਕੀ ਹੋਇਆ, ਸਮਾਂ ਪਾ ਕੇ ਹੁਣ ਜਿਵੇਂ ਰਸ਼ ਸੀਗਾ ਮੇਲੇ ਦੇ ਵਿੱਚ, ਬੜਾ ਰਸ਼ ਸੀ, ਤੇ ਸਮਾਂ ਪਾ ਕੇ ਉਹ ਬੱਚਾ ਜਿਹੜਾ ਜਿਵੇਂ ਕਿਸੇ ਦਾ ਧੱਕਾ ਲੱਗਾ, ਬੱਚਾ ਜਿਹੜਾ ਆਪਣੇ ਬਾਪ ਨਾਲ ਵਿਛੜ ਗਿਆ। ਹੁਣ ਜਦੋਂ ਵਿਛੜ ਗਿਆ ਆ ਗੁਰੂ ਪਿਆਰ ਵਾਲਿਓ, ਹੁਣ ਉਹ ਜਿਹੜਾ ਬੱਚਾ ਆਪਣੇ ਬਾਪ ਦੇ ਨਾਲ ਵਿਛੜ ਕੇ ਉਹ ਰੋ ਰਿਹਾ ਆ। ਹੁਣ ਆਲੇ ਦੁਆਲੇ ਲੋਕਾਂ ਨੇ ਇਕੱਠੇ ਹੋ ਕੇ ਉਸ ਬੱਚੇ ਨੂੰ ਜਿਹੜਾ ਆਪਣੇ ਕੋਲ ਬਿਠਾਇਆ, ਤੇ ਬੱਚਾ ਜਿਹੜਾ ਰੋ ਰਿਹਾ ਕਿ ਕੋਈ ਵੀ ਮੈਨੂੰ ਮੇਰੇ ਬਾਪ ਦੇ ਨਾਲ, ਮੇਰੇ ਪਿਤਾ ਨਾਲ ਮੈਨੂੰ ਮਿਲਾ ਦੇਵੇ। ਕਾਰਨ ਕੀ ਹੋਇਆ, ਵਿਛੜਿਆ ਕਿਵੇਂ? ਉਹ ਆਪਣੇ ਆਪ ਨੂੰ ਚਲਾਕ ਸਮਝਣ ਲੱਗ ਪਿਆ, ਬੜਾ ਸਿਆਣਾ ਸਮਝਦਾ ਸੀ, ਬੜਾ ਚਤਰਾਈ ਉਹਨੇ ਚਲਾਕੀ ਵਰਤੀ, ਆਪਣੇ ਆਪ ਨੂੰ ਸਿਆਣਾ ਮੰਨਣ ਲੱਗ ਪਿਆ ਕਿ ਮੈਨੂੰ ਹੁਣ ਬਾਪ ਦੀ ਲੋੜ ਨਹੀਂ, ਮੈਂ ਤਾਂ ਸਿਆਣਾ ਹੋ ਗਿਆ, ਮੈਂ ਤਾਂ ਆਪਣੇ ਆਪ ਹੀ ਮੇਲਾ ਸਾਰਾ ਘੁੰਮ ਸਕਦਾ ਆ। ਇਸੇ ਤਰ੍ਹਾਂ ਇਹ ਜਗਤ ਜਿਹੜਾ ਸੰਸਾਰ ਕੇ ਮੇਲੇ ਦੀ ਤਰ੍ਹਾਂ ਆ। ਇੱਥੇ ਜਿਹੜਾ ਸਾਡਾ ਬਾਪ ਕੋਣਾ, ਪਿਤਾ ਕੋਣਾ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ,
ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪੱਲਾ ਫੜਿਆ ਹੋਇਆ ਆ ਉਹ ਇਸ ਮੇਲੇ ਨੂੰ ਬੜੇ ਸੋਹਣੇ ਤਰੀਕੇ ਨਾਲ ਵੇਖ ਰਹੇ ਨੇ, ਖੁਸ਼ ਨੇ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪੱਲਾ ਛੱਡ ਦਿੱਤਾ ਆ, ਗੁਰੂ ਸਾਹਿਬ ਦੀ ਉਂਗਲੀ ਛੱਡ ਦਿੱਤੀ ਆ, ਉਹ ਸੰਸਾਰ ਦੇ ਵਿੱਚ ਦੁਖੀ ਹੋ ਰਹੇ ਨੇ, ਰੋ ਰਹੇ ਨੇ, ਬਿਲਕ ਰਹੇ ਨੇ। ਹੁਣ ਬੱਚਾ ਜਿਹੜਾ ਰੋ ਰਿਹਾ ਆ, ਮੇਲਾ ਵੀ ਉਹੀ ਆ, ਖਿਡੌਣੇ ਵੀ ਆ, ਉੱਥੇ ਰੰਗ ਤਮਾਸ਼ਾ ਸਭ ਕੁਝ ਉਹੀ ਆ, ਪਰ ਹੁਣ ਉਹਨੂੰ ਉਹ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਕਿਉਂ ਨਹੀਂ ਲੱਗ ਰਿਹਾ? ਕਿਉਂਕਿ ਆਪਣੇ ਬਾਪ ਦੇ ਨਾਲ ਵਿਛੜ ਚੁੱਕਾ ਆ, ਉਹ ਦੁਖੀ ਹੋਇਆ ਪਿਆ ਆ। ਹੁਣ ਕੋਈ ਲਾਗੇ ਕੋਈ ਉਹਨੂੰ ਖਿਡੌਣੇ ਲਿਆ ਕੇ ਦੇ ਰਿਹਾ ਕਿ ਇਹਨੂੰ ਚੁੱਪ ਕਰਾਇਆ ਜਾਵੇ, ਕੋਈ ਖਿਡੌਣੇ ਲਿਆ ਕੇ ਦੇ ਰਿਹਾ, ਕੋਈ ਮਠਿਆਈ ਲਿਆ ਕੇ ਦੇ ਰਿਹਾ, ਕੋਈ ਕੁਛ ਲਿਆ ਕੇ ਦੇ ਰਿਹਾ ਕਿ ਭਾਈ ਨੂੰ ਚੁੱਪ ਕਰਾਇਆ ਜਾਵੇ। ਪਰ ਉਹ ਚੁੱਪ ਕਿੱਥੇ ਕਰ ਰਿਹਾ? ਕਿਉਂਕਿ ਉਹ ਆਪਣੇ ਬਾਪ ਨੂੰ ਲੱਭ ਰਿਹਾ ਆ, ਉਹ ਵਿਛੜਿਆ ਹੋਇਆ ਆ। ਤੇ ਜਿਸ ਕਰਕੇ ਮਾਲਕ ਜੀ ਇਹ ਵੀ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ। ਕਹਿੰਦੇ ਇੱਕ ਦੁੱਖ ਕਿਹੜਾ ਆ? ਵਿਛੋੜੇ ਦਾ ਵੀ। ਕਹਿੰਦੇ ਇਹ ਵੀ ਦੁੱਖ ਆ ਜੀਵਨ ਦੇ ਅੰਦਰ। ਕਿਸੇ ਨਾਲ ਵਿਛੜ ਜਾਵਾਂਗੇ ਤੇ ਜੀਵਨ 'ਚ ਦੁੱਖ ਆਉਂਦਾ ਆ। ਕੋਈ ਚੀਜ਼ ਸਾਡੇ ਨਾਲ ਵਿਛੜ ਜਾਵੇ, ਦੂਰ ਹੋ ਜਾਵੇ, ਅਸੀਂ ਕਿੰਨੇ ਦੁਖੀ ਹੁੰਨੇ ਆ। ਇੱਕ ਦੁੱਖ ਹੈਗਾ ਆ ਭੁੱਖ ਦਾ। ਜੀਵਨ ਅੰਦਰ ਤ੍ਰਿਸ਼ਨਾ ਦੀ ਭੁੱਖ, ਜਿਹੜੀ ਮਾਇਆ ਦੀ ਭੁੱਖ, ਬੰਦੇ ਦੀ ਭੁੱਖ ਪੂਰੀ ਨਾ ਹੋਵੇ ਤੇ ਕਿੰਨਾ ਦੁਖੀ ਹੁੰਦਾ ਆ। ਹੁਣ ਮੰਨ ਲਓ ਉਸ ਤਰ੍ਹਾਂ ਵੇਖ ਲਈਏ, ਜੇ ਬੰਦੇ ਨੂੰ ਭੁੱਖ ਲੱਗੀ ਹੋਵੇ, ਪ੍ਰਸ਼ਾਦਾ ਪਾਣੀ ਨਾ ਮਿਲੇ ਸਮੇਂ ਸਿਰ, ਤੇ ਕਿੰਨਾ ਦੁਖੀ ਹੁੰਦਾ, ਕਿੰਨਾ ਕਲਪ ਜਾਂਦਾ, ਗੁੱਸੇ ਹੁੰਦਾ। ਤੇ ਗੁਰੂ ਪਿਆਰ, ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਕਹਿੰਦੇ ਇੱਕ ਦੁੱਖ ਕਿਹੜਾ ਆ? ਵਿਕਾਰਾਂ ਦਾ ਦੁੱਖ ਆ, ਬੁਰਾਈਆਂ ਦਾ ਦੁੱਖ ਆ, ਮਨੁੱਖ ਦੇ ਜੀਵਨ ਨੂੰ ਦੁਖੀ ਕਰ ਰਿਹਾ। ਹੁਣ ਇਸ ਤਰ੍ਹਾਂ ਉਹ ਜਿਹੜਾ ਬੱਚਾ ਦੁਖੀ ਹੋ ਰਿਹਾ, ਰੰਗ ਤਮਾਸ਼ੇ ਸਭ ਕੁਝ ਮੇਲਾ ਹੋਈ ਆ, ਪਰ ਦੁਖੀ, ਉਹਨੂੰ ਚੰਗਾ ਕੁਝ ਨਹੀਂ ਲੱਗ ਰਿਹਾ, ਕਿਉਂਕਿ ਆਪਣੇ ਬਾਪ ਨਾਲ ਵਿਛੜਿਆ ਹੋਇਆ। ਵਿਛੜਿਆ ਕਿਵੇਂ? ਆਪਣੇ ਆਪ ਨੂੰ ਸਿਆਣਾ ਸਮਝ ਬੈਠਾ। ਅਸੀਂ ਵੀ ਅੱਜ ਆਪਣੇ ਆਪ ਨੂੰ ਸਿਆਣੇ ਸਮਝ ਬੈਠੇ, ਗੁਰੂ ਨਾਲੋਂ ਜ਼ਿਆਦਾ ਚਤਰ ਚਲਾਕ ਸਮਝ ਬੈਠੇ ਕਿ ਗੁਰੂ ਤੋਂ ਬਿਨਾਂ ਤਾਂ ਸਾਡਾ ਗੁਜ਼ਾਰਾ ਚੱਲ ਸਕਦਾ ਆ। ਪਾਤਸ਼ਾਹ ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਕਹਿੰਦੇ ਗੁਰੂ ਨੂੰ ਚੇਤੇ ਨਹੀਂ ਕਰਦਾ, ਆਪਣੇ ਆਪ ਨੂੰ ਬੜਾ ਚਤਰ ਚਲਾਕ ਬਣਿਆ ਹੋਇਆ ਆ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਜਿਵੇਂ ਤਿਲ ਹੁੰਦੇ ਨਾ ਖੇਤਾਂ ਦੇ ਵਿੱਚ, ਜਿਹੜੇ ਤਿਲ ਹੁੰਦੇ ਆ, ਜਿਹੜੇ ਤਿਲ ਮਤਲਬ ਸੜੇ ਹੁੰਦੇ ਆ, ਜਿਹੜੇ ਖਰਾਬ ਹੋਏ ਹੁੰਦੇ ਆ, ਉਹ ਖੇਤਾਂ ਦੇ ਵਿੱਚ ਪਏ ਰਹਿੰਦੇ ਆ। ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ, ਸੁੰਨੇ ਖੇਤ ਵਿੱਚ ਉਹ ਤਿਲ ਜਿਹੜੇ ਪਏ ਰਹਿੰਦੇ ਆ, ਜਿਹੜੇ ਖਰਾਬ ਆ, ਕਿਸੇ ਕੰਮ ਦੇ ਨਹੀਂ ਹੁੰਦੇ। ਤੇ ਉਹਨਾਂ ਦੇ 100 ਖਸਮ ਬਣ ਜਾਂਦੇ ਆ, ਉਹਨਾਂ ਨੂੰ ਚੁਗਣ ਵਾਲੇ ਬੜੇ ਆ ਜਾਂਦੇ ਆ। ਮਾਲਕ ਜੀ ਕਹਿੰਦੇ ਇਸੇ ਤਰ੍ਹਾਂ ਹੀ ਸੰਸਾਰ ਅੰਦਰ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਭਾਵ ਜਿਹੜੇ ਆਪਣੇ ਗੁਰੂ ਨੂੰ ਛੱਡ ਦਿੰਦੇ ਆ, ਉਹ ਦਰ ਦਰ ਤੇ ਭਟਕਦੇ ਫਿਰਦੇ ਆ, ਜੀਵਨ 'ਚ ਦੁਖੀ ਹੁੰਦੇ ਫਿਰਦੇ ਆ। ਜਿਹੜੇ ਚਤਰਾਈਆਂ ਸਿਆਣਪਾਂ ਵਰਤਦੇ ਨੇ, ਅਸੀਂ ਪੜ੍ਹ ਕੇ ਆਏ ਨਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਜਿਹੜੀਆਂ ਸਿਆਣਪਾਂ, ਚਤਰਾਈਆਂ, ਚਲਾਕੀਆਂ ਵਿਚਾਰ ਕੀਤੀ, ਇਹ ਮਨ ਚੰਚਲਾ ਚਤਰਾਈ ਕਿਨਿਆ ਨਾ ਪਾਇਆ। ਚਤਰਾਈਆਂ ਕਿਹੜੀਆਂ? ਇਹ ਕਰਮ ਕਾਂਡ ਵਰਤ ਰੱਖਣੇ। ਇਹ ਅਸੀਂ ਚਤਰਾਈਆਂ ਆਪਣੀਆਂ ਵਰਤਦੀਆਂ, ਸਿਆਣਪਾਂ ਵਰਤਦੇ, ਭਾਈ ਆਹ ਕਰਮ ਕਾਂਡ ਕਰਾਂਗੇ, ਆਹ ਕਰਾਂਗੇ, ਇਹਦੇ ਨਾਲ ਸਾਡਾ ਛੁਟਕਾਰਾ ਹੋ ਜਾਵੇਗਾ, ਵਿਕਾਰਾਂ ਤੋਂ, ਬੁਰਾਈਆਂ ਤੋਂ ਸਾਨੂੰ ਰੱਬ ਮਿਲ ਜਾਵੇਗਾ। ਪੁੱਠੇ ਲਟਕਣਾ, ਤਪ ਕਰਨਾ, ਇਹ ਸਾਰੀਆਂ ਚਤਰਾਈਆਂ ਚਲਾਕੀਆਂ ਬੰਦੇ ਦੇ ਆਪਣੇ ਮਤ ਦੇ ਮੁਤਾਬਕ ਚੱਲ ਰਿਹਾ ਨਾ। ਪਾਤਸ਼ਾਹ ਜੀ ਇੱਥੇ ਇਹ ਕਹਿੰਦੇ, ਗੁਰੂ ਪਿਆਰ ਵਾਲਿਓ, ਇਹ ਸੰਸਾਰ ਇੱਕ ਮੇਲੇ ਦੀ ਤਰ੍ਹਾਂ, ਇੱਥੇ ਗੁਰੂ ਜਿਹੜਾ ਸਾਡਾ ਬਾਪ ਆ, ਸਾਨੂੰ ਗੁਰੂ ਦੀ ਉਂਗਲੀ ਫੜ ਕੇ ਚੱਲਣਾ ਪੈਣਾ, ਫਿਰ ਸਾਡਾ ਜੀਵਨ ਦੁਖੀ ਨਹੀਂ ਹੋਵੇਗਾ। ਫਿਰ ਸਾਨੂੰ ਜਿਹੜਾ ਇਹ ਸੰਸਾਰ ਵੀ ਬੜਾ ਸੋਹਣਾ ਲੱਗੇਗਾ, ਬੜਾ ਚੰਗਾ ਲੱਗੇਗਾ, ਬੜਾ ਪਿਆਰਾ ਲੱਗੇਗਾ। ਫਿਰ ਸਾਡੇ ਜੀਵਨ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਿਕ ਜੀ ਹੁਕਮ ਵਰਤਾਏ ਆਪ ਵੇਖੇ, ਗੁਰਮੁਖ ਕਿਸੈ 부ਝਾਏ। ਤੇ ਭਗਤ ਕਬੀਰ ਜੀ ਦੀ ਬੜੀ ਸੋਹਣੀ ਇੱਕ ਵਿਚਾਰ ਬਖਸ਼ਿਸ਼ ਕੀਤੀ। ਕਹਿੰਦੇ ਚੱਚਾ ਰਚਤ ਚਿੱਤਰ ਹੈ ਭਾਰੀ। ਕਹਿੰਦੇ ਪ੍ਰਭੂ ਦਾ ਬਣਾਇਆ ਹੋਇਆ ਜਿਹੜਾ ਨਾ, ਇਹ ਸੰਸਾਰ ਕੀ ਆ? ਚਿੱਤਰ ਆ, ਤਸਵੀਰ ਆ। ਇਹ ਸੰਸਾਰ ਇਹ ਕੀ ਆ? ਤਸਵੀਰ। ਕਿਹਨੇ ਬਣਾਈ ਇਹ ਤਸਵੀਰ? ਇਹ ਪੇਂਟਿੰਗ ਕਿਹਨੇ ਕੀਤੀ ਆ? ਅਕਾਲ ਪੁਰਖ ਵਾਹਿਗੁਰੂ ਨੇ। ਕਹਿੰਦੇ ਤਜ ਚਿੱਤਰੈ ਚੇਤੋ ਚਿਤਕਾਰੀ। ਕਹਿੰਦੇ ਭਾਈ ਇਸ ਤਸਵੀਰ ਦੇ ਮੋਹ ਵਿੱਚੋਂ ਨਿਕਲ ਜਾ। ਕਹਿੰਦੇ ਤਸਵੀਰ ਨੂੰ ਛੱਡ ਕੇ ਚਿੱਤਰ ਬਣਾਉਣ ਵਾਲੇ ਨੂੰ, ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ। ਹੁਣ ਅਸੀਂ ਕਿਸੇ ਤਸਵੀਰ ਨੂੰ ਵੇਖੀ ਜਾਏ, ਭਾਈ ਤਸਵੀਰ ਬੜੀ ਸੁੰਦਰ ਆ, ਬੜੀ ਸੋਹਣੀ ਬਣਾਈ, ਅਸੀਂ ਉਹਦੇ ਮੋਹ ਵਿੱਚ ਫਸ ਜਾਈਏ, ਇਸ ਤਸਵੀਰ ਦੀਆਂ ਸਿਫਤਾਂ ਕਰੀ ਜਾਈਏ, ਪਰ ਜਿਹਨੇ ਤਸਵੀਰ ਬਣਾਈ ਉਹਦੇ ਵੱਲ ਧਿਆਨ ਨਾ ਦਈਏ। ਭਾਈ ਜਿਹਨੇ ਤਸਵੀਰ ਇੰਨੀ ਸੋਹਣੀ ਬਣਾਈ ਆ, ਤੇ ਉਹ ਆਪ ਕਿੰਨਾ ਸੁੰਦਰ ਹੋਵੇਗਾ, ਆਪ ਕਿੰਨਾ ਕਲਾਕਾਰ ਹੋਵੇਗਾ,
ਆਪ ਕਿੰਨੇ ਗੁਣਾਂ ਨਾਲ ਭਰਿਆ ਹੋਵੇਗਾ। ਇਸੇ ਤਰ੍ਹਾਂ ਅੱਜ ਅਸੀਂ ਤਸਵੀਰ ਕੀ ਆ ਸੰਸਾਰ, ਅਸੀਂ ਇਸ ਤਸਵੀਰ ਦੇ ਨਾਲ ਜੁੜ ਕੇ ਰਹਿ ਗਏ, ਅਸੀਂ ਇਹਦੇ ਵਿੱਚ ਖੁੱਭ ਕੇ ਰਹਿ ਗਏ, ਅਸੀਂ ਤਸਵੀਰ ਦੀਆਂ ਹੀ ਵਡਿਆਈਆਂ ਕਰੀ ਜਾਂਦੇ ਹਾਂ, ਅਸੀਂ ਤਸਵੀਰ ਦੇ ਮੋਹ ਵਿੱਚ ਫਸੇ ਹੋਏ ਹਾਂ। ਕਿੰਨੀ ਸੋਹਣੀ ਤਸਵੀਰ, ਕਿੰਨਾ ਸੋਹਣਾ ਸੰਸਾਰ ਬਣਾਇਆ, ਭਲਿਆ ਇਹ ਵੀ ਵੇਖ ਜਿਹਨੇ ਬਣਾਇਆ ਉਹ ਕਿੰਨਾ ਸੋਹਣਾ ਹੋਵੇਗਾ, ਉਹ ਕਿੰਨੇ ਗੁਣਾਂ ਨਾਲ ਭਰਿਆ ਹੋਵੇਗਾ। ਪਾਤਸ਼ਾਹ ਕਹਿੰਦੇ ਨੇ ਤਜ ਚਿਤਰੈ ਚੇਤੋ ਚਿਤਕਾਰੀ, ਚਿਤਕਾਰੀ ਕਹਿੰਦੇ ਚਿੱਤਰ ਬਣਾਉਣ ਵਾਲੇ ਨੂੰ, ਚਿੱਤਰ ਬਚਿੱਤਰ ਇਹ ਅਵਚੇਰਾ, ਕਹਿੰਦੇ ਝਬੇਲਾ ਹੀ ਇਹ ਆ ਕਿ ਮਨੁੱਖ ਜਿਹੜਾ ਸੰਸਾਰ ਰੂਪੀ ਤਸਵੀਰ ਨੂੰ ਆਪਣੇ ਕਹਿੰਦੇ ਮਨ ਵਿੱਚ ਮੋਹ ਲੈਣ ਵਾਲੀ ਇਹਦੇ ਵਿੱਚ ਹੀ ਫਸਿਆ ਹੋਇਆ ਆ। ਇਹੀ ਝਬੇਲਾ ਆ ਕਿ ਇਸ ਤਸਵੀਰ ਨਾਲ ਜੁੜ ਕੇ ਰਹਿ ਗਿਆ। ਪਰ ਜਿਸ ਨੇ ਇਹ ਤਸਵੀਰ ਬਣਾਈ, ਜਿਸ ਨੇ ਇਹ ਚਿੱਤਰ ਬਣਾਇਆ, ਜਿਹੜਾ ਚਿੱਤਰਕਾਰ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹਨੇ ਬਣਾਈ ਤਸਵੀਰ, ਉਹਦੇ ਨਾਲ ਸਾਡਾ ਜੀਵਨ ਨਹੀਂ ਜੁੜਿਆ, ਉਹਦੇ ਨਾਲ ਸਾਡਾ ਜੀਵਨ ਨਹੀਂ ਜੁੜਿਆ। ਤੇ ਮਾਲਿਕ ਜੀ ਕਹਿੰਦੇ ਤਜ ਚਿੱਤਰੈ ਚਿਤਰਾਖ ਚਤੇਰਾ, ਪਾਤਸ਼ਾਹ ਕਹਿੰਦੇ ਨੇ ਭਲਿਆ ਇਸ ਚਿੱਤਰ ਨੂੰ ਛੱਡ, ਇਸ ਤਸਵੀਰ ਨੂੰ ਛੱਡ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਤਸਵੀਰ ਬਣਾਉਣ ਵਾਲੇ ਨੂੰ ਆਪਣੇ ਅੰਦਰ ਚੇਤਾ ਰੱਖ, ਉਹਨੂੰ ਯਾਦ ਕਰ, ਉਹਦੇ ਨਾਲ ਜੁੜ, ਫਿਰ ਤੇਰਾ ਜੀਵਨ ਵੀ ਸੁੰਦਰ ਬਣ ਜਾਵੇਗਾ, ਫਿਰ ਤੇਰਾ ਜੀਵਨ ਵੀ ਸੋਹਣਾ ਬਣ ਜਾਵੇਗਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਸਾਨੂੰ ਦਾਤਾਂ ਪਿਆਰੀਆਂ ਲੱਗਦੀਆਂ ਨੇ ਪਰ ਦਾਤਾ ਨਹੀਂ ਚੰਗਾ ਲੱਗਦਾ। ਦਾਤਾ ਵਿਸਰ ਗਿਆ, ਦਾਤਾਂ ਸਾਨੂੰ ਮਿਲ ਗਈਆਂ, ਦਾਤਾਂ ਪ੍ਰਾਪਤ ਕਰ ਲਈਆਂ, ਪਰ ਦਾਤੇ ਨੂੰ ਮੁੜ ਕੇ ਯਾਦ ਹੀ ਨਹੀਂ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੁੜ ਕੇ ਧਿਆਇਆ ਹੀ ਨਹੀਂ, ਉਹਦਾ ਨਾਮ ਹੀ ਨਹੀਂ ਲਿਆ। ਧੀਆਂ ਪੁੱਤਰਾਂ ਦੇ ਮੋਹ ਵਿੱਚ ਫਸ ਗਿਆ, ਉਹਨਾਂ ਨਾਲ ਪਿਆਰ ਕਰਨ ਲੱਗ ਪਿਆ। ਭਲਿਆ ਜਿਸ ਮਾਲਕ ਨੇ ਤੈਨੂੰ ਇੰਨਾ ਸੁੰਦਰ ਪੁੱਤਰ ਧੀ ਦਿੱਤਾ, ਤੈਨੂੰ ਪਰਿਵਾਰ ਦਿੱਤਾ, ਉਹ ਮਾਲਕ ਕਿੰਨਾ ਸੁੰਦਰ ਹੋਵੇਗਾ, ਉਹ ਅਕਾਲ ਪੁਰਖ ਵਾਹਿਗੁਰੂ ਕਿੰਨਾ ਸੋਹਣਾ ਹੋਵੇਗਾ। ਉਹਨੇ ਕਿਵੇਂ ਕਲਾਕਾਰੀ ਕੀਤੀ, ਕਿਵੇਂ ਉਹਨੇ ਸਰੀਰ ਬਣਾਇਆ, ਕਿਵੇਂ ਇਸ ਸਰੀਰ ਨੂੰ ਚਲਾ ਰਿਹਾ, ਕਿਵੇਂ ਤੇਰਾ ਪਰਿਵਾਰ ਸੋਹਣਾ ਬਣਾ ਕੇ ਤੈਨੂੰ ਦਿੱਤਾ ਆ। ਪਾਤਸ਼ਾਹ ਕਹਿੰਦੇ ਉਹਨੂੰ ਵੀ ਚੇਤਾ ਰੱਖ। ਦਾਤ ਪਿਆਰੀ ਵਿਸਰਿਆ ਦਾਤਾਰਾ, ਮਨਮੁਖ ਐਸਾ ਜਾਣੀਏ, ਕਹਿੰਦੇ ਉਹ ਮਨਮੁਖ ਲੋਕ ਨੇ ਜਿਹੜੇ ਉਹਦੀਆਂ ਦਿੱਤੀਆਂ ਦਾਤਾਂ ਦੇ ਨਾਲ ਪਿਆਰ ਕਰਦੇ ਨੇ ਪਰ ਦਾਤੇ ਨੂੰ ਚੇਤਾ ਨਹੀਂ ਰੱਖਦੇ। ਮਾਲਕ ਨੇ ਤੈਨੂੰ ਘਰ-ਬਾਰ ਦੇ ਦਿੱਤਾ, ਤੂੰ ਘਰ-ਬਾਰ ਦੇ ਨਾਲ ਹੀ ਜੁੜ ਕੇ ਰਹਿ ਗਿਆ, ਪਰ ਕਦੀ ਉਸ ਮਾਲਕ ਦਾ ਸ਼ੁਕਰਾਨਾ ਵੀ ਕੀਤਾ, ਉਸ ਦਾਤੇ ਦਾ ਧੰਨਵਾਦ ਵੀ ਕੀਤਾ ਜਿਹਨੇ ਤੈਨੂੰ ਐਡਾ ਵੱਡਾ ਘਰ ਦਿੱਤਾ ਰਹਿਣ ਵਾਸਤੇ, ਤੈਨੂੰ ਆਉਣ ਜਾਣ ਵਾਸਤੇ ਸਾਧਨ ਦਿੱਤਾ, ਤੈਨੂੰ ਗੱਡੀ ਦਿੱਤੀ ਆ। ਤੂੰ ਜਿਹੜਾ ਅੱਜ ਇੰਨੀ ਤਰੱਕੀ ਕਰ ਰਿਹਾ ਆ, ਇਹ ਮਾਲਕ ਨੇ ਤੈਨੂੰ ਦਾਤਾਂ ਬਖਸ਼ੀਆਂ ਨੇ। ਭਲਿਆ ਉਹਦਾ ਸ਼ੁਕਰਾਨਾ ਵੀ ਕਰ, ਉਹਦਾ ਧੰਨਵਾਦ ਵੀ ਕਰ, ਉਹਨੂੰ ਯਾਦ ਰੱਖ। ਯਾਦ ਰੱਖੇਗਾ ਇਹ ਸਾਰੀਆਂ ਦਿੱਤੀਆਂ ਹੋਈਆਂ ਦਾਤਾਂ ਤੇਰੀਆਂ ਪਵਿੱਤਰ ਨੇ, ਤੈਨੂੰ ਮੁਬਾਰਕ ਨੇ, ਇਹਨਾਂ ਦੀ ਵਰਤੋਂ ਵੀ ਜੀਵਨ ਅੰਦਰ ਚੰਗੇ ਢੰਗ ਦੇ ਨਾਲ ਕਰੇਗਾ। ਪਾਤਸ਼ਾਹ ਕਹਿੰਦੇ ਨੇ ਸੇਵ ਸ਼ਕਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ 부ਝਾਏ। ਅੱਗੇ ਕਹਿੰਦੇ ਤੋੜੇ ਬੰਧਨ ਹੋਵੇ ਮੁਕਤ, ਕਹਿੰਦੇ ਦੁਨੀਆ ਦੇ ਬੰਧਨ ਤੋੜ ਦਿੱਤੇ, ਮਾਇਆ ਮੋਹ ਦੇ ਬੰਧਨ ਤੋੜ ਦਿੱਤੇ, ਜੀਵਨ ਮੁਕਤ ਹੋ ਗਿਆ। ਕਿਵੇਂ? ਗੁਰ ਸ਼ਬਦ ਮਨ ਵਸਾਏ, ਜਦੋਂ ਸ਼ਬਦ ਸਾਡੇ ਮਨ ਵਿੱਚ ਵਸ ਗਿਆ, ਜਦੋਂ ਗੁਰੂ ਦੀ ਵਿਚਾਰ, ਗੁਰੂ ਦੀ ਮੱਤ ਸਾਡੇ ਜੀਵਨ 'ਚ ਆ ਗਈ, ਤੇ ਗੁਰੂ ਪਿਆਰ ਵਾਲਿਓ ਫਿਰ ਸਾਡਾ ਜੀਵਨ ਮਾਇਆ ਮੋਹ ਦੇ ਬੰਧਨਾਂ ਤੋਂ ਟੁੱਟ ਜਾਵੇਗਾ, ਸਾਡਾ ਜੀਵਨ ਆਜ਼ਾਦ ਹੋ ਜਾਵੇਗਾ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਮਾਲਿਕ ਜੀ ਕਹਿੰਦੇ ਨੇ ਏਕਸ ਸਿਉ ਲਿਵ ਲਾਏ। ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਉਹੀ ਤੁਰਨ ਵਾਲਾ ਹੁੰਦਾ, ਉਹੀ ਤੁਰਨ ਜੋਗਾ ਹੁੰਦਾ ਜਿਹਨੂੰ ਮਾਲਕ ਇਹ ਸਮਰੱਥਾ ਤਾਕਤ ਦਿੰਦਾ ਆ, ਜਿਹੜਾ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਏਕਸ ਸਿਉ ਲਿਵ ਲਾਏ, ਚਿੱਤ ਜੋੜਦਾ, ਲਿਵ ਜੋੜਦਾ ਆ। ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਗੁਰੂ ਦੇ ਦੱਸੇ ਉਹਦੇ ਮਾਰਗ ਉੱਤੇ ਚੱਲਦਾ ਤੇ ਜੀਵਨ ਦੇ ਵਿੱਚ ਆਨੰਦ ਪੈਦਾ ਕਰ ਲੈਂਦਾ ਹੈ। ਕਹੇ ਨਾਨਕ ਆਪ ਕਰਤਾ, ਮਾਲਕ ਆਪ ਸਭ ਕੁਝ ਕਰਨ ਵਾਲਾ, ਆਪੇ ਹੁਕਮ ਬੁਝਾਏ। ਆਪ ਹੀ ਬਿਰਲੇ ਨੂੰ ਕਿਸੇ ਨੂੰ ਹੁਕਮ ਦੀ ਸਮਝ ਬਖਸ਼ਦਾ ਆ। ਸਮਝ ਉਹਨੂੰ ਬਖਸ਼ੀ ਜਾਏਗੀ ਨਾ ਜਿਹੜਾ ਸਮਝ ਲੈਣੀ ਚਾਹੁੰਦਾ, ਅਕਲ ਉਹੀ ਲੈ ਸਕਦਾ ਜਿਹੜਾ ਪ੍ਰਾਪਤ ਕਰਨਾ ਚਾਹੁੰਦਾ। ਹੁਣ ਤੁਸੀਂ ਐਵੇਂ ਕਿਸੇ ਨੂੰ ਜਾ ਕੇ ਅਕਲ ਦੇਈ ਜਾਵੋ, ਗਿਆਨ ਦੇਈ ਜਾਵੋ, ਅਗਲਾ ਸੁਣਨਾ ਨਹੀਂ ਚਾਹੁੰਦਾ ਤੁਹਾਡੀ ਗੱਲ, ਫਿਰ ਤੁਹਾਡੀ ਉਹ ਸਮਝ ਗਿਆਨ ਦੇਣ ਦਾ ਉਹਨੂੰ ਕੋਈ ਫਾਇਦਾ ਨਹੀਂ। ਅਸੀਂ ਆਪਣਾ ਸਮਾਂ ਖਰਾਬ ਕਰ ਰਹੇ। ਜਿਹੜਾ ਚਾਹੁੰਦਾ ਕਿ ਭਾਈ ਮੈਨੂੰ ਅਕਲ ਚਾਹੀਦੀ, ਮੈਨੂੰ ਮੱਤ ਦੇਵੋ, ਮੈਨੂੰ ਅਕਲ ਦੇਵੋ, ਮੈਨੂੰ ਚੰਗੀ ਕੋਈ ਗੱਲ ਸੁਣਾਵੋ, ਉਹਨੂੰ ਸੁਣਾਵੋ, ਉਹਨੂੰ ਉਤਸ਼ਾਹ ਨਾਲ ਸੁਣਾਵੋ, ਉਤਸ਼ਾਹ ਦੇ ਨਾਲ ਉਹਨੂੰ ਸਿੱਖਿਆ ਦੇਵੋ। ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਹੁਕਮ ਵਰਤ ਰਿਹਾ,
ਪਰ ਜਿਹੜਾ ਹੁਕਮ ਨੂੰ ਬੁੱਝੇਗਾ ਉਹਦਾ ਜੀਵਨ ਮਾਇਆ ਮੋਹ ਦੇ ਬੰਧਨਾਂ ਤੋਂ, ਵਿਕਾਰਾਂ ਤੋਂ, ਬੁਰਾਈਆਂ ਤੋਂ ਆਜ਼ਾਦ ਹੋਵੇਗਾ। ਜਿਹੜਾ ਨਹੀਂ ਬੁੱਝੇਗਾ ਉਹਦਾ ਜੀਵਨ ਉਸੇ ਤਰ੍ਹਾਂ ਹੀ ਦੁਖੀ ਹੋਵੇਗਾ। ਜਿਹਨੇ ਗੁਰੂ ਸਾਹਿਬ ਦੀ ਉਂਗਲੀ ਨੂੰ ਫੜ ਲਿਆ, ਫੜ ਕੇ ਰੱਖਿਆ ਘੁੱਟ ਕੇ, ਆਪਣੇ ਆਪ ਨੂੰ ਚਤਰਾਈ, ਚਲਾਕੀ, ਸਿਆਣਾ ਨਾਮ ਸਮਝਿਆ ਗੁਰੂ ਤੋਂ ਜ਼ਿਆਦਾ, ਉਹ ਤਾਂ ਫਿਰ ਖੁਸ਼ ਰਹੇਗਾ। ਜਿਹੜਾ ਗੁਰੂ ਦੀ ਗੋਦ ਵਿੱਚ ਰਹੇਗਾ ਉਹ ਤਾਂ ਗੁਰੂ ਉਹਦੇ ਉੱਤੇ ਮਿਹਰਬਾਨ ਵੀ ਹੋਵੇਗਾ, ਦਇਆ ਵੀ ਕਰੇਗਾ, ਕਿਰਪਾ ਵੀ ਕਰੇਗਾ, ਉਹਦਾ ਜੀਵਨ ਆਨੰਦ ਨਾਲ ਭਰ ਜਾਵੇਗਾ। ਪਰ ਜਿਹਨੇ ਗੁਰੂ ਦੀ ਉਂਗਲੀ, ਗੁਰੂ ਦਾ ਪੱਲਾ ਛੱਡ ਦਿੱਤਾ, ਗੁਰੂ ਪਿਆਰ ਵਾਲਿਓ, ਇਹ ਸੰਸਾਰ ਮੇਲੇ ਵਿੱਚ ਜਿਹੜਾ ਖੁੱਭ ਜਾਵੇਗਾ, ਦੁਖੀ ਹੋਵੇਗਾ, ਵਿਪਤਾਵਾਂ ਨਾਲ ਭਰ ਜਾਵੇਗਾ। ਸਤਿਗੁਰੂ ਜੀ ਕਿਰਪਾ ਰਹਿਮਤ ਕਰਨ, ਅਸੀਂ ਉਸ ਮਾਲਕ ਵਾਹਿਗੁਰੂ ਦੇ ਹੁਕਮ ਨੂੰ ਬੁੱਝੀਏ, ਆਪਣੇ ਜੀਵਨ ਵਿੱਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।